ਵੈਲਕਮ ਸਾਰੇ ਸਟੂਡੈਂਟਸ ਦਾ ਅੱਜ ਦੇ ਈ-ਲਰਨਿੰਗ ਸੈਸ਼ਨ ਦੇ ਵਿੱਚ। ਮੇਰਾ ਨਾਮ ਨਵਜੀਤ ਸਿੰਘ, ਇੰਸਟ੍ਰਕਟਰ ਮਕੈਨਿਕ ਡੀਜ਼ਲ ਗਵਰਨਮੈਂਟ ਆਈਟੀ ਮੋਗਾ। ਅੱਜ ਦਾ ਸਾਡਾ ਟੌਪਿਕ ਹੈਗਾ 4 ਸਟ੍ਰੋਕ ਪੈਟਰੋਲ ਇੰਜਨ। ਅੱਜ ਦੇ ਸਾਡੇ ਟੌਪਿਕ ਦੇ ਵਿੱਚ 3 ਮੇਨ ਪੁਆਇੰਟਸ ਕਵਰ ਹੋ ਰਹੇ ਨੇ। ਫਰਸਟ ਪੁਆਇੰਟ, ਹੂ ਐਂਡ ਵੈਨ ਪੈਟਰੋਲ ਇੰਜਨ ਇਜ਼ ਇਨਵੈਂਟਡ, ਇੰਟਰੋਡਕਸ਼ਨ ਆਫ 4 ਸਟ੍ਰੋਕ ਪੈਟਰੋਲ ਇੰਜਨ, ਵਰਕਿੰਗ ਆਫ 4 ਸਟ੍ਰੋਕ ਪੈਟਰੋਲ ਇੰਜਨ। ਵੈਲਕਮ। ਹੁਣ ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਇਹ 'ਚ ਦੱਸਿਆ ਗਿਆ ਕਿ ਜਿਹੜਾ ਪਹਿਲਾ ਪੈਟਰੋਲ ਇੰਜਨ ਸੀਗਾ ਉਹ ਨਿਕੋਲਸ ਅਗਸਤ ਆਟੋ ਦੁਆਰਾ ਤਿਆਰ ਕੀਤਾ ਗਿਆ ਸੀਗਾ। ਨਿਕੋਲਸ ਅਗਸਤ ਆਟੋ ਦਾ ਜਨਮ 1832 ਈਸਵੀ ਵਿੱਚ ਜਰਮਨੀ 'ਚ ਹੋਇਆ ਸੀਗਾ। ਹੀ ਇਸ ਜਰਮਨ ਇੰਜੀਨੀਅਰ ਵੂ ਡਿਵੈਲਪਡ ਦਾ 4 ਸਟ੍ਰੋਕ ਇੰਟਰਨਲ ਕੰਬਸ਼ਨ ਇੰਜਨ। ਇਹ ਇੱਕ ਜਰਮਨ ਇੰਜੀਨੀਅਰ ਸੀ ਜਿਹਨੇ ਪਹਿਲਾ 4 ਸਟ੍ਰੋਕ ਆਈਸੀ ਇੰਜਨ ਤਿਆਰ ਕੀਤਾ ਸੀਗਾ। ਆਟੋ ਬਿਲਟ ਹਿਸ ਫਰਸਟ ਗੈਸੋਲੀਨ ਪਾਵਰਡ ਇੰਜਨ ਇਨ 1861। 1861 ਈਸਵੀ ਦੇ ਵਿੱਚ ਆਟੋ ਨੇ ਪਹਿਲਾ ਪੈਟਰੋਲ ਇੰਜਨ ਤਿਆਰ ਕੀਤਾ ਸੀਗਾ। ਇਹ ਨੈਕਸਟ ਸਲਾਈਡ ਦੇ ਵਿੱਚ ਫਸਟ ਪੈਟਰੋਲ ਇੰਜਨ ਦੀ ਫੋਟੋ ਆ ਅਤੇ ਨਿਕੋਲਸ ਅਗਸਤ ਦੀ ਫੋਟੋ ਆ ਜਿਹਦੇ ਦੁਆਰਾ ਇਹ ਪੈਟਰੋਲ ਇੰਜਨ ਤਿਆਰ ਕੀਤਾ ਗਿਆ ਸੀਗਾ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। 1876 ਈਸਵੀ ਦੇ ਵਿੱਚ ਆਟੋ ਨੇ ਪਹਿਲਾ ਆਈਸੀ ਇੰਜਨ ਜਿਹੜਾ 4 ਸਟ੍ਰੋਕ ਸਿਧਾਂਤ 'ਤੇ ਕੰਮ ਕਰਦਾ ਸੀਗਾ ਉਹ ਤਿਆਰ ਕੀਤਾ ਸੀਗਾ। ਇਹ 'ਚ ਸਾਰੇ ਸਟੂਡੈਂਟਸ ਇਹ ਯਾਦ ਰੱਖਿਓ ਕਿ ਜਿਹੜਾ ਪਹਿਲਾਂ ਮੈਂ ਪਿਛਲੀ ਸਾਈਡ ਦੇ ਵਿੱਚ ਕਿਹਾ ਕਿ ਜਿਹੜਾ 1861 ਦੇ ਵਿੱਚ ਉਹਨੇ ਬਣਾਇਆ ਸੀਗਾ ਫਸਟ ਗੈਸੋਲੀਨ ਪਾਵਰਡ ਇੰਜਨ, ਜਿਹੜਾ ਪੈਟਰੋਲ ਇੰਜਨ 'ਤੇ ਚੱਲਦਾ ਸੀ, ਉਹ 4 ਸਟ੍ਰੋਕ ਨਹੀਂ ਸੀਗਾ। ਅਤੇ ਜਿਹੜਾ 1876 ਈਸਵੀ 'ਚ ਬਣਾਇਆ ਇਹ 4 ਸਟ੍ਰੋਕ ਸਿਧਾਂਤ 'ਤੇ ਕੰਮ ਕਰਦਾ ਸੀਗਾ। ਇਹ ਜਿਹਨੂੰ ਕਹਿੰਦੇ ਆ 4 ਸਟ੍ਰੋਕ ਸਾਈਕਲ ਪੈਟਰੋਲ ਇੰਜਨ। ਦਾ 4 ਸਟ੍ਰੋਕ ਇੰਜਨ ਕੰਸਿਸਟ ਆਫ ਏ 4 ਸਟ੍ਰੋਕ ਸਾਈਕਲ ਬੈਟਰ ਨੋਨ ਐਸ ਆਟੋ ਸਾਈਕਲ। 4 ਸਟ੍ਰੋਕ ਸਾਈਕਲ ਨੂੰ 4 ਸਟ੍ਰੋਕ ਸਾਈਕਲ ਪੈਟਰੋਲ ਇੰਜਨ ਆਟੋ ਸਾਈਕਲ ਵੀ ਕਹਿੰਦੇ ਆ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਇੰਟਰੋਡਕਸ਼ਨ ਆਫ ਪੈਟਰੋਲ ਇੰਜਨ। ਫਸਟ ਪੁਆਇੰਟ, ਪੈਟਰੋਲ ਇੰਜਨ ਇਜ਼ ਐਨ ਇੰਟਰਨਲ ਕੰਬਸ਼ਨ ਇੰਜਨ। ਜਿਹੜਾ ਪੈਟਰੋਲ ਇੰਜਨ ਆ ਉਹ ਇੱਕ ਇੰਟਰਨਲ ਕੰਬਸ਼ਨ ਇੰਜਨ ਆ ਜਿਹਨੂੰ ਆਈਸੀ ਇੰਜਨ ਵੀ ਕਹਿੰਦੇ ਆ। ਨੈਕਸਟ ਪੁਆਇੰਟ, ਪੈਟਰੋਲ ਇੰਜਨ ਆਲਸੋ ਨੋਨ ਐਜ਼ ਸਪਾਰਕ ਇਗਨੀਸ਼ਨ ਇੰਜਨ। ਜਿਹੜਾ ਪੈਟਰੋਲ ਇੰਜਨ ਆ ਉਹਨੂੰ ਸਪਾਰਕ ਇਗਨੀਸ਼ਨ ਇੰਜਨ ਵੀ ਕਹਿੰਦੇ ਆ, ਜਿਹਦੀ ਸ਼ਾਰਟ ਫਾਰਮ ਹੈਗੀ ਆ SI ਇੰਜਨ। ਇਹ ਤੋਂ ਭਾਵ ਇਹ ਹੈ ਕਿ ਜਿਹੜੀ ਕੰਬਸ਼ਨ ਹੁੰਦੀ ਆ ਉਹ ਸਪਾਰਕ ਪਲੱਗ ਦੁਆਰਾ ਹੁੰਦੀ ਆ। ਨੈਕਸਟ ਪੁਆਇੰਟ, ਇਨ 4 ਸਟ੍ਰੋਕ ਪੈਟਰੋਲ ਇੰਜਨ ਦੇਰ ਆਰ 4 strokes of the piston per 2 revolutions of the crankshaft for 1 complete cycle। ਇਹਦਾ ਮਤਲਬ ਇਹ ਹੈ ਕਿ 4 ਸਟ੍ਰੋਕ ਪੈਟਰੋਲ ਇੰਜਨ ਦੇ ਵਿੱਚ ਜਾਂ ਕੋਈ ਵੀ 4 ਸਟ੍ਰੋਕ ਇੰਜਨ ਦੇ ਵਿੱਚ 4 ਸਟ੍ਰੋਕ ਪਿਸਟਨ ਦੇ ਹੁੰਦੇ ਆ ਅਤੇ 2 ਗੇੜੇ ਕ੍ਰੈਂਕਸ਼ਾਫਟ ਦੇ ਹੁੰਦੇ ਆ ਇੱਕ ਸਾਈਕਲ ਵਾਸਤੇ। ਇੱਕ ਸਾਈਕਲ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ 4 ਸਟ੍ਰੋਕ ਹੁੰਦੇ ਆ, ਸੰਕਸ਼ਨ ਸਟ੍ਰੋਕ, ਕੰਪਰੈਸ਼ਨ ਸਟ੍ਰੋਕ, ਪਾਵਰ ਸਟ੍ਰੋਕ, ਐਗਜ਼ੌਸਟ ਸਟ੍ਰੋਕ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਫਸਟ ਪੁਆਇੰਟ, ਕੰਪਰੈਸ਼ਨ ਰੇਸ਼ੋ ਇਜ਼ ਲੋ ਐਜ਼ ਕੰਪੇਅਰਡ ਟੂ ਡੀਜ਼ਲ ਇੰਜਨ। ਪੈਟਰੋਲ ਇੰਜਨ ਦੀ ਕੰਪਰੈਸ਼ਨ ਰੇਸ਼ੋ ਲੋ ਹੁੰਦੀ ਆ, ਇਹਦੀ ਵੱਧ ਤੋਂ ਵੱਧ ਕੰਪਰੈਸ਼ਨ ਰੇਸ਼ੋ ਹੁੰਦੀ ਆ 10:1 ਤੱਕ। ਨੈਕਸਟ ਪੁਆਇੰਟ, ਕੰਪਰੈਸ਼ਨ ਪ੍ਰੈਸ਼ਰ ਇਜ਼ ਲੋ ਐਜ਼ ਕੰਪੇਅਰਡ ਟੂ ਡੀਜ਼ਲ ਇੰਜਨ। ਪੈਟਰੋਲ ਇੰਜਨ ਦਾ ਜਿਹੜਾ ਕੰਪਰੈਸ਼ਨ ਪ੍ਰੈਸ਼ਰ ਹੁੰਦਾ ਉਹ ਲੋ ਹੁੰਦਾ, ਜਿਹਦੀ ਰੇਂਜ ਹੁੰਦੀ ਆ 90 ਤੋਂ ਲੈ ਕੇ 150 PSI। PSI ਦੀ ਫੁੱਲ ਫਾਰਮ ਹੁੰਦੀ ਆ ਪੌਂਡ ਪਰ ਸਕੁਅਰ ਇੰਚ। ਨੈਕਸਟ ਪੁਆਇੰਟ, ਕੰਪਰੈਸ਼ਨ ਟੈਂਪਰੇਚਰ ਇਜ਼ ਲੋ ਐਜ਼ ਕੰਪੇਅਰਡ ਟੂ ਡੀਜ਼ਲ ਇੰਜਨ। ਪੈਟਰੋਲ ਇੰਜਨ ਦਾ ਜਿਹੜਾ ਕੰਪਰੈਸ਼ਨ ਟੈਂਪਰੇਚਰ ਹੁੰਦਾ ਉਹ ਲੋ ਹੁੰਦਾ ਕਿਉਂਕਿ ਇਹਦੀ ਕੰਪਰੈਸ਼ਨ ਰੇਸ਼ੋ ਘੱਟ ਹੁੰਦੀ, ਇਸ ਲਈ ਇਹਦਾ ਕੰਪਰੈਸ਼ਨ ਟੈਂਪਰੇਚਰ ਲੋ ਹੁੰਦਾ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਇਹਦੇ ਵਿੱਚ ਇਹੀ ਦੱਸਿਆ ਗਿਆ ਕਿ ਕੋਈ ਵੀ 4 ਸਟ੍ਰੋਕ ਸਾਈਕਲ ਇੰਜਨ ਦੇ ਵਿੱਚ ਇੱਕ ਸਾਈਕਲ ਕੰਪਲੀਟ ਹੋਣ ਦੇ ਵਿੱਚ 4 ਸਟ੍ਰੋਕਸ ਲੱਗਦੇ ਨੇ, ਜਿਹੜੇ ਹੁੰਦੇ ਆ ਸਕਸ਼ਨ ਸਟ੍ਰੋਕ, ਕੰਪਰੈਸ਼ਨ ਸਟ੍ਰੋਕ, ਪਾਵਰ ਸਟ੍ਰੋਕ, ਐਗਜ਼ੌਸਟ ਸਟ੍ਰੋਕ। ਇਹ 4 ਸਟ੍ਰੋਕ ਕੰਪਲੀਟ ਹੋਣ ਤੋਂ ਬਾਅਦ ਇੱਕ ਸਾਈਕਲ ਕੰਪਲੀਟ ਹੁੰਦਾ 4 ਸਟ੍ਰੋਕ ਇੰਜਨਾਂ ਦੇ ਵਿੱਚ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਡਾਇਗਰਾਮ ਆਫ ਏ 4 ਸਟ੍ਰੋਕ SI ਇੰਜਨ। ਇਹ ਡਾਇਗਰਾਮ ਆ ਇੰਜਨ ਦੀ। ਇਹਦੇ ਵਿੱਚ ਇਹ ਪਾਰਟ ਦੱਸੇ ਗਏ ਨੇ, ਲੈਬਲ ਕੀਤੇ ਹੋਏ ਨੇ। ਇਨਲੈਟ ਮੈਨੀਫੋਲਡ, ਐਗਜ਼ੌਸਟ ਮੈਨੀਫੋਲਡ, ਇਨਲੈਟ ਵਾਲਵ, ਐਗਜ਼ੌਸਟ ਵਾਲਵ, ਸਪਾਰਕ ਪਲੱਗ, ਪਿਸਟਨ, ਕਨੈਕਟਿੰਗ ਰੋਡ, ਕ੍ਰੈਂਕ ਸ਼ਾਫਟ, ਕ੍ਰੈਂਕ ਕੇਸ, ਸਿਲੰਡਰ। ਹੁਣ ਇੰਜਨ ਦੀ ਵਰਕਿੰਗ ਵੱਲ ਨੂੰ ਚੱਲਦੇ ਹਾਂ। ਇਨਟੇਕ ਸਟ੍ਰੋਕ। ਇਨਟੇਕ ਸਟ੍ਰੋਕ ਇਜ਼ ਆਲਸੋ ਨੋਨ ਐਜ਼ ਸਕਸ਼ਨ ਸਟ੍ਰੋਕ। ਜਿਹੜਾ ਇਨਟੇਕ ਸਟ੍ਰੋਕ ਆ ਇਹਨੂੰ ਸਕਸ਼ਨ ਸਟ੍ਰੋਕ ਵੀ ਕਹਿੰਦੇ ਆ। ਸੈਕਿੰਡ ਪੁਆਇੰਟ, ਦਾ ਪਿਸਟਨ ਮੂਵਸ ਫਰੋਮ TDC ਟੂ BDC। ਜਿਹੜਾ ਪਿਸਟਨ ਆ ਉਹ TDC ਟੂ BDC ਵੱਲ ਨੂੰ ਮੂਵ ਕਰਦਾ, ਮਤਲਬ ਨੀਚੇ ਵੱਲ ਨੂੰ ਮੂਵ ਕਰਦਾ ਆ। ਪਿਸਟਨ ਦੇ ਨੀਚੇ ਜਾਣ ਦੇ ਨਾਲ ਕੀ ਹੁੰਦਾ, ਸਿਲੰਡਰ ਦੇ ਅੰਦਰ ਵੈਕਿਊਮ ਕ੍ਰੀਏਟ ਹੁੰਦਾ ਆ ਅਤੇ ਜਿਹੜਾ ਇਨਲੈਟ ਵਾਲਵ ਆ ਉਹ ਓਪਨ ਹੋ ਜਾਂਦਾ, ਜਿਹੜਾ ਐਗਜ਼ੌਸਟ ਵਾਲਵ ਆ ਉਹ ਬੰਦ ਰਹਿੰਦਾ ਆ। ਇਨਲੈਟ ਵਾਲਵ ਦੇ ਓਪਨ ਹੋਣ ਦੇ ਨਾਲ ਕੀ ਹੁੰਦਾ, ਜਿਹੜਾ ਅੰਦਰ ਵੈਕਿਊਮ ਬਣਿਆ ਹੁੰਦਾ ਉਹਦੇ ਕਰਕੇ ਜਿਹੜਾ ਹਵਾ ਅਤੇ ਫਿਊਲ ਦਾ ਚਾਰਜ ਹੁੰਦਾ, ਹਵਾ ਅਤੇ ਫਿਊਲ ਦਾ ਮਿਕਸਚਰ ਆ ਉਹ ਸਿਲੰਡਰ ਦੇ ਅੰਦਰ ਐਂਟਰ ਹੁੰਦਾ ਆ। ਜਦੋਂ ਪਿਸਟਨ ਨੀਚੇ ਪਹੁੰਚ ਜਾਂਦਾ ਹੈ BDC 'ਤੇ ਤਾਂ ਜਿਹੜਾ ਇਨਟੇਕ ਵਾਲਵ ਆ ਉਹ ਬੰਦ ਹੋ ਜਾਂਦਾ ਆ ਅਤੇ ਆਪਣਾ ਜਿਹੜਾ ਪਹਿਲਾ ਸਟ੍ਰੋਕ ਆ ਜਿਹਨੂੰ ਸਕਸ਼ਨ ਅਤੇ ਇਨਟੇਕ ਸਟ੍ਰੋਕ ਵੀ ਕਹਿੰਦੇ ਆ ਉਹ ਕੰਪਲੀਟ ਹੋ ਜਾਂਦਾ ਆ। ਇਨਟੇਕ ਸਟ੍ਰੋਕ ਤੋਂ ਬਾਅਦ ਆਉਂਦਾ ਕੰਪਰੈਸ਼ਨ ਸਟ੍ਰੋਕ। ਕੰਪਰੈਸ਼ਨ ਸਟ੍ਰੋਕ ਦੇ ਵਿੱਚ ਜਿਹੜੇ ਦੋਨੋਂ ਵਾਲਵ ਆ ਉਹ ਬੰਦ ਰਹਿੰਦੇ ਆ।
ਜਿਹੜਾ ਪਿਸਟਨ ਆ ਉਹ BDC ਟੂ TDC ਮੂਵ ਕਰਦਾ, ਮਤਲਬ ਉੱਪਰ ਵੱਲ ਨੂੰ ਜਾਂਦਾ ਆ। ਪਿਸਟਨ ਦੇ ਉੱਪਰ ਜਾਣ ਦੇ ਨਾਲ ਕੀ ਹੁੰਦਾ, ਜਿਹੜਾ ਹਵਾ ਅਤੇ ਪੈਟਰੋਲ ਦਾ ਜਿਹੜਾ ਚਾਰਜ ਆ ਮਿਕਸਚਰ ਆ ਉਹ ਕੰਪਰੈਸ ਹੋਣਾ ਸ਼ੁਰੂ ਹੋ ਜਾਂਦਾ ਆ। ਉਹਦੇ ਕੰਪਰੈਸ ਹੋਣ ਦੇ ਨਾਲ ਕੀ ਆ, ਉਹਦਾ ਪ੍ਰੈਸ਼ਰ ਅਤੇ ਟੈਂਪਰੇਚਰ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਆ। ਜਦੋਂ ਪਿਸਟਨ TDC 'ਤੇ ਪਹੁੰਚ ਜਾਂਦਾ ਆ ਤਾਂ ਆਪਣਾ ਸੈਕਿੰਡ ਸਟ੍ਰੋਕ ਜਿਹਨੂੰ ਕੰਪਰੈਸ਼ਨ ਸਟ੍ਰੋਕ ਕਹਿੰਦੇ ਆ ਉਹ ਕੰਪਲੀਟ ਹੋ ਜਾਂਦਾ ਆ। ਨੈਕਸਟ ਸਟ੍ਰੋਕ ਹੈਗਾ ਪਾਵਰ ਸਟ੍ਰੋਕ। ਪਾਵਰ ਸਟ੍ਰੋਕ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਸਪਾਰਕ ਪਲੱਗ ਆ ਉਹ 'ਤੇ ਚੰਗਿਆੜੀ ਪੈਦਾ ਹੁੰਦੀ ਆ। ਉਹ ਚੰਗਿਆੜੀ ਪੈਦਾ ਹੋਣ ਦੇ ਨਾਲ ਕੀ ਆ, ਜਿਹੜਾ ਹਵਾ ਅਤੇ ਪੈਟਰੋਲ ਦਾ ਮਿਕਸਚਰ ਆ ਉਹ ਬਲਣਾ ਸ਼ੁਰੂ ਹੋ ਜਾਂਦਾ, ਮਤਲਬ ਉਹਦੀ ਕੰਬਸ਼ਨ ਸ਼ੁਰੂ ਹੋ ਜਾਂਦੀ ਆ। ਕੰਬਸ਼ਨ ਹੋਣ ਦੇ ਨਾਲ ਜਿਹੜਾ ਅੰਦਰ ਪ੍ਰੈਸ਼ਰ ਆ ਉਹ ਡਿਵੈਲਪ ਹੁੰਦਾ ਅਤੇ ਜਿਹੜੀ ਗੈਸਿਸ ਆ ਉਹਦੀ ਐਕਸਪੈਂਸ਼ਨ ਹੁੰਦੀ ਆ। ਜਿਹੜੀ ਗੈਸਿਸ ਆ ਉਹ ਪਿਸਟਨ ਨੂੰ ਫੋਰਸ ਕਰਦੀਆਂ TDC ਟੂ BDC ਵੱਲ ਨੂੰ ਜਾਣ ਦੀ। ਪਿਸਟਨ ਫਿਰ BDC ਵੱਲ ਨੂੰ ਮੂਵ ਕਰਦਾ ਆ। ਇਸ ਸਟ੍ਰੋਕ ਦੇ ਵਿੱਚ ਜਿਹੜੇ ਦੋਨੋਂ ਵਾਲਵ ਆ ਉਹ ਬੰਦ ਰਹਿੰਦੇ ਆ। ਨੈਕਸਟ ਪੁਆਇੰਟ, ਪਾਵਰ ਇਜ਼ ਸਪਲਾਈਡ ਟੂ ਦਾ ਫਲਾਈਵੀਲ। ਇਸ ਸਟ੍ਰੋਕ ਦੇ ਵਿੱਚ ਜਿੰਨੀ ਵੀ ਪਾਵਰ ਜਨਰੇਟ ਹੁੰਦੀ ਆ ਉਹ ਫਲਾਈਵੀਲ ਦੇ ਵਿੱਚ ਸਟੋਰ ਹੋ ਜਾਂਦੀ ਆ, ਤਾਂ ਕਿ ਬਾਕੀ 3 ਸਟ੍ਰੋਕਾਂ ਦੇ ਵਿੱਚ ਉਸ ਪਾਵਰ ਦੀ ਯੂਟੀਲਾਈਜੇਸ਼ਨ ਹੋ ਸਕੇ। ਨੈਕਸਟ ਸਟ੍ਰੋਕ ਹੈਗਾ ਐਗਜ਼ੌਸਟ ਸਟ੍ਰੋਕ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਪਿਸਟਨ ਆ ਉਹ BDC ਟੂ TDC ਵੱਲ ਨੂੰ ਟਰੈਵਲ ਕਰਦਾ ਹੈ, ਮਤਲਬ ਹੇਠਾਂ ਤੋਂ ਉੱਪਰ ਵੱਲ ਨੂੰ ਜਾਂਦਾ ਆ। ਇਹਦੇ ਵਿੱਚ ਜਿਹੜਾ ਇਨਟੇਕ ਵਾਲਵ ਆ ਉਹ ਬੰਦ ਰਹਿੰਦਾ ਆ, ਪਰ ਜਿਹੜਾ ਐਗਜ਼ੌਸਟ ਵਾਲਵ ਆ ਉਹ ਖੁੱਲ੍ਹ ਜਾਂਦਾ ਆ। ਜਦੋਂ ਪਿਸਟਨ ਉੱਪਰ ਨੂੰ ਜਾਂਦਾ ਆ ਤਾਂ ਜਿਹੜੀਆਂ ਬਲੀਆਂ ਹੋਈਆਂ ਗੈਸਿਸ ਆ, ਬਰਨਡ ਗੈਸਿਸ ਆ, ਪਿਸਟਨ ਉਹਨਾਂ ਨੂੰ ਪੁਸ਼ ਕਰਦਾ ਹੈ ਤਾਂ ਕਿ ਉਹ ਐਗਜ਼ੌਸਟ ਵਾਲ ਥਰੂ ਬਾਹਰ ਨਿਕਲ ਸਕਣ। ਜਦੋਂ ਪਿਸਟਨ TDC ਪਹੁੰਚ ਜਾਂਦਾ ਆ, ਐਗਜ਼ੌਸਟ ਵਾਲਵ ਬੰਦ ਹੋ ਜਾਂਦਾ ਹੈ। ਇਹਦੇ ਨਾਲ ਹੀ ਆਪਣਾ ਇੱਕ ਵਰਕਿੰਗ ਸਾਈਕਲ 4 ਸਟ੍ਰੋਕ ਇੰਜਨ ਦਾ ਕੰਪਲੀਟ ਹੋ ਜਾਂਦਾ ਹੈ। ਇਸ ਤੋਂ ਬਾਅਦ ਦੁਬਾਰਾ ਫਿਰ ਇਹ ਸਾਈਕਲ ਪੂਰਾ ਰਿਪੀਟ ਹੁੰਦਾ ਸੰਕਸ਼ਨ, ਕੰਪਰੈਸ਼ਨ, ਪਾਵਰ, ਐਗਜ਼ੌਸਟ ਦਾ। ਇੰਜਨ ਦੀ ਵਰਕਿੰਗ ਕੰਪਲੀਟ ਹੋ ਚੁੱਕੀ ਆ। ਨੈਕਸਟ ਤੇ ਲਾਸਟ ਸਲਾਈਡ ਹੈਗੀ ਆ ਰੈਵੋਲੂਸ਼ਨਸ ਆਫ ਕ੍ਰੈਂਕਸ਼ਾਫਟ। ਇਹ 'ਚ ਇਹ ਦੱਸਿਆ ਗਿਆ ਕਿ ਜਿਹੜੇ ਵੀ 4 ਸਟ੍ਰੋਕ ਹੁੰਦੇ ਨੇ, ਸਕਸ਼ਨ ਸਟ੍ਰੋਕ, ਕੰਪਰੈਸ਼ਨ ਸਟ੍ਰੋਕ, ਪਾਵਰ ਸਟ੍ਰੋਕ ਅਤੇ ਐਗਜ਼ੌਸਟ ਸਟ੍ਰੋਕ, ਹਰ ਸਟ੍ਰੋਕ ਦੇ ਵਿੱਚ ਜਿਹੜੀ ਕ੍ਰੈਂਕਸ਼ਾਫਟ ਆ ਉਹ 180 ਡਿਗਰੀ ਰੋਟੇਟ ਹੁੰਦੀ ਆ। ਜੇ ਆਪਾਂ 4 ਨੂੰ 180 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਬਣਦਾ 720 ਡਿਗਰੀ। ਇੱਕ ਗੇੜਾ ਹੁੰਦਾ 360 ਡਿਗਰੀ ਦਾ, 2 ਗੇੜੇ ਬਣੇ 720 ਡਿਗਰੀ ਦੇ। ਇੱਕ 4 ਸਟ੍ਰੋਕ ਸਾਈਕਲ ਇੰਜਨ ਨੂੰ ਇੱਕ ਸਾਈਕਲ ਕੰਪਲੀਟ ਹੋਣ ਦੇ ਲਈ 4 ਸਟ੍ਰੋਕ ਪਿਸਟਨ ਦੇ ਲੱਗਦੇ ਨੇ ਅਤੇ 2 ਗੇੜੇ ਲੱਗਦੇ ਨੇ ਕ੍ਰੈਂਕਸ਼ਾਫਟ ਦੇ, ਤਾਂ 2 ਗੇੜੇ ਦਾ ਬਣੇ 720 ਡਿਗਰੀ। ਨੀਚੇ ਲਿਖਿਆ 720 ਡਿਗਰੀਜ਼ ਇਜ਼ ਇਕੁਅਲ ਟੂ 2 ਰੋਟੇਸ਼ਨ ਆਫ ਦੀ ਕ੍ਰੈਂਕਸ਼ਾਫਟ। ਇਹਦੇ ਨਾਲ ਹੀ ਸਾਡਾ ਅੱਜ ਦਾ ਈ-ਲਰਨਿੰਗ ਸੈਸ਼ਨ ਜਿਹੜਾ ਸੀਗਾ 4 ਸਟ੍ਰੋਕ ਸਾਈਕਲ ਪੈਟਰੋਲ ਇੰਜਨ 'ਤੇ ਉਹ ਖਤਮ ਹੁੰਦਾ। ਥੈਂਕ ਯੂ।